ਕਾਂਗਰਸ ਵਾਲੇ ਆਪਦੇ ਪ੍ਰਧਾਨ ਸਾਹਿਬ ਨੂੰ ਜ਼ਿੰਮੇਵਾਰ ਠਹਿਰਾ ਰਹੇ ਹੈ। ਉਹ ਕਹਿੰਦੇ ਕਿ ਜੋ ਕੁਝ ਹੋਇਆ ਉਹਨਾਂ ਕਰਕੇ ਹੋਇਆ। ਤੁਸੀਂ ਵੀ ਆਪਦੇ ਪਾਰਟੀ ਦੇ ਪ੍ਰਧਾਨ ਨੂੰ ਕਿਸੇ ਤਰੀਕੇ ਨਾਲ ਜ਼ਿੰਮੇਵਾਰ ਸਮਝਦੇ ਹੋ? ਕਈ ਵਾਰ ਹਾਲਾਤ ਹੁੰਦੇ ਆ, ਚਲੋ ਅਸੀਂ ਤਾਂ ਪਹਿਲਾਂ ਹੀ ਹਾਸ਼ੀਏ ਤੇ ਬੈਠੇ ਸੀਗੇ। ਉਹਨਾਂ ਕੋਲ 77 ਸੀਟਾਂ ਸੀਗੀਆਂ, ਅਸੀਂ ਤਾਂ ਪਹਿਲਾਂ ਹੀ ਚਲੋ ਲੋਕਾਂ ਨੇ ਸਾਨੂੰ ਤਾਂ ਪਹਿਲਾਂ ਹੀ ਨਕਾਰਿਆ ਹੋਇਆ ਸੀ ਇੱਕ ਤਰ੍ਹਾਂ ਦਾ। ਬੁਲਟ ਪ੍ਰੂਫ ਜੈਕਟਾਂ ਦਾ ਜ਼ਿਕਰ ਚੱਲਦਾ ਹੁੰਦਾ। ਵੱਡੇ ਚਿਹਰੇ ਸ਼੍ਰੋਮਣੀ ਅਕਾਲੀ ਦਲ ਦੇ ਬਚ ਨਹੀਂ ਪਾਏ ਇਸ ਲਹਿਰ ਤੋਂ। ਤੁਸੀਂ ਕਿਹੜੀ ਜੈਕਟ ਇਹੋ ਜਿਹੀ ਪਾਈ ਹੋਈ ਸੀਗੀ ਜਿਹੜਾ ਮੁਕੱਦਰ ਸਾਥ ਦੇ ਗਿਆ? ਅੱਜ ਵੋਟ ਮੈਨੂੰ ਜਿਹੜੀ ਪਾਈ ਆ, ਸਾਰੇ ਹਲਕੇ ਨੇ ਪਾਈ ਆ, ਇੱਕ ਵੀ ਬੰਦੇ ਨੇ ਮੇਰੇ ਖਿਲਾਫ ਵੋਟ ਨਹੀਂ ਪਾਈ। ਇਹਨਾਂ ਕੋਈ ਕਮੀ ਤਾਂ ਰਹੀ ਹੋਏਗੀ, ਕੁਛ ਨਾ ਕੁਛ ਤਾਂ ਐਨਾਲਿਸਿਸ ਤੁਸੀਂ ਕੀਤਾ ਹੀ ਹੋਣਾ, ਕਿੱਥੇ ਕਮੀ ਰਹਿ ਗਈ। ਸਾਰਾ ਦੋਸ਼ ਲਹਿਰ ਦੇ ਉੱਤੇ ਤੇ ਨਹੀਂ ਮੜਿਆ ਜਾ ਸਕਦਾ। ਈਵਨ ਸਾਬਕਾ ਮੁੱਖ ਮੰਤਰੀ, ਸਾਬਕਾ ਮੰਤਰੀਆਂ ਦੀਆਂ, MLA ਦੀਆਂ, ਵੱਡੇ ਵੱਡੇ ਲੀਡਰ ਜਿਹੜੇ ਜਿੱਤ ਦੇ ਨੇੜੇ ਬੈਠੇ ਸੀ ਆਪਦੇ ਨੂੰ ਸਮਝਦੇ, ਨਿਕਲੀ ਜ਼ਮਾਨ ਜ਼ਬਤ। ਖਫਾ ਸੀ ਲੋਕ ਰਵਾਇਤੀ ਪਾਰਟੀਆਂ ਤੋਂ, ਲੱਗਦਾ ਤੁਹਾਨੂੰ ਕਿ ਇਹ ਵਾਕਈ ਲੋਕ ਨਵਾਂ ਬਦਲ ਚਾਹੁੰਦੇ ਸੀ? ਲੋਕਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ, ਬਸ ਮਾਹੌਲ ਬਣ ਜਾਂਦਾ। ਹਵਾਵਾਂ ਨੂੰ ਆਪਣਾ ਰੁਖ ਬਦਲਣਾ ਪੈਂਦਾ ਹੈ ਜਦੋਂ ਕੋਈ ਸਰਫਰਾ ਪਰਿੰਦਾ ਹਵਾਵਾਂ ਦੇ ਨਾਲ ਲੜਦਾ ਹੈ। ਰੋਜ਼ਾਨਾ ਸਪੋਕਸਮੈਨ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਮੇਰਾ ਨਾਮ ਹੈ ਲੰਕੇਸ਼ ਤ੍ਰਿਖਾ, ਤੁਹਾਡਾ ਸਾਰਿਆਂ ਦਾ ਇਸਤਕਬਾਲ ਕਰਦਾ। ਬਹੁਤੀ ਵੱਡੀ ਭੂਮਿਕਾ ਅਦਾ ਨਹੀਂ ਕਰਾਂਗਾ। ਇੱਥੇ ਹਾਰ ਦਾ ਵੀ ਜਸ਼ਨ ਮਨਾਇਆ ਜਾ ਰਿਹਾ ਤੇ ਜਿੱਤ ਦਾ ਵੀ ਜਸ਼ਨ ਮਨਾਇਆ ਜਾ ਰਿਹਾ। ਮੈਂ ਮਨਪ੍ਰੀਤ ਦਿਆਲੀ ਜੀ ਹੋਰਾਂ ਦੇ ਨਾਲ ਆ, ਮੁੱਲਾਪੁਰ ਦਾਖਾ ਦੇ ਵਿੱਚ ਮੌਜੂਦ ਹਾਂ। ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਤੋਂ ਬਾਅਦ ਇਹ ਜਿਹੜੀ ਟਿਕਟ ਜਿਹੜੀ ਇਹਨਾਂ ਨੇ ਜਿੱਤੀ, ਇੱਥੋਂ ਸੀਟ ਜਿੱਤੀ ਹੈ, ਉਸ ਤੋਂ ਬਾਅਦ ਇਹਨਾਂ ਦੇ ਨਾਲ ਗੱਲ ਕਰਨਾ ਇਸ ਕਰਕੇ ਜ਼ਰੂਰੀ ਹੋ ਜਾਂਦਾ ਹੈ ਕਿ ਇੱਕ ਸੁਨਾਮੀ ਆਈ ਸੀ, ਇੱਕ ਲਹਿਰ ਚੱਲਦੀ ਪਈ ਸੀਗੀ, ਜਿਸ ਲਹਿਰ ਦੇ ਵਿੱਚ ਲੋਕਾਂ ਨੇ ਇਹਨਾਂ ਦਾ ਸਾਥ ਨਹੀਂ ਛੱਡਿਆ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਰੋਜ਼ਾਨਾ ਸਪੋਕਸਮੈਨ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਾਂਗਰਸ ਵਾਲੇ ਆਪਦੇ ਪ੍ਰਧਾਨ ਸਾਹਿਬ ਨੂੰ ਜ਼ਿੰਮੇਵਾਰ ਠਹਿਰਾ ਰਹੇ ਹੈ। ਉਹ ਕਹਿੰਦੇ ਕਿ ਜੋ ਕੁਝ ਹੋਇਆ ਉਹਨਾਂ ਕਰਕੇ ਹੋਇਆ। ਉਹਨਾਂ ਨੇ ਜਿਸ ਤਰੀਕੇ ਦੇ ਨਾਲ ਪਾਰਟੀ ਨੂੰ ਲੀਡ ਕੀਤਾ ਤੇ ਜਿਸ ਮੁਕਾਮ 'ਤੇ ਲਿਜਾ ਕੇ ਅੱਜ ਖੜਾ ਕਰਤਾ, ਉਹਦੇ ਨਾਲ ਕਾਂਗਰਸ ਦਾ ਬਹੁਤ ਵੱਡਾ ਘਾਣ ਹੋਇਆ। ਤੁਸੀਂ ਵੀ ਆਪਦੇ ਪਾਰਟੀ ਦੇ ਪ੍ਰਧਾਨ ਨੂੰ ਕਿਸੇ ਤਰੀਕੇ ਨਾਲ ਜ਼ਿੰਮੇਵਾਰ ਸਮਝਦੇ ਹੋ? ਕਈ ਵਾਰ ਹਾਲਾਤ ਹੁੰਦੇ ਆ, ਚਲੋ ਅਸੀਂ ਤਾਂ ਪਹਿਲਾਂ ਹੀ ਹਾਸ਼ੀਏ ਤੇ ਬੈਠੇ ਸੀਗੇ। ਉਹਨਾਂ ਕੋਲ 77 ਸੀਟਾਂ ਸੀਗੀਆਂ, ਅਸੀਂ ਤਾਂ ਪਹਿਲਾਂ ਹੀ ਚਲੋ ਲੋਕਾਂ ਨੇ ਸਾਨੂੰ ਤਾਂ ਪਹਿਲਾਂ ਹੀ ਨਕਾਰਿਆ ਹੋਇਆ ਸੀ ਇੱਕ ਤਰ੍ਹਾਂ ਦਾ। ਤੇ ਕਈ ਵਾਰ ਹਾਲਾਤ ਇੱਦਾਂ ਦੇ ਹੋਏ ਬਣ ਜਾਂਦੇ ਆ। ਇੱਕ ਹਨੇਰੀ ਚੱਲ ਰਹੀ ਸੀ, ਹਨੇਰੀ ਦੇ ਵਿੱਚ ਬਚਿਆ ਹੀ ਕੋਈ ਨਹੀਂ। ਮਾਲਵੇ ਦੇ ਵਿੱਚੋਂ ਟਾਵਾਂ ਬਚਿਆ ਤੇ ਉਸ ਹਨੇਰੀ ਦਾ ਜਿਹੜਾ ਸ਼ਿਕਾਰ ਹੋਇਆ, ਇੱਕ ਮਾਹੌਲ ਸੀਗਾ। ਆਮ ਆਦਮੀ ਪਾਰਟੀ ਨੇ ਜੋ ਇੱਕ ਲੋਕਾਂ ਦੇ ਮਨਾਂ 'ਚ ਬਿਠਾ ਦਿੱਤਾ, ਬਦਲ, ਤੀਜਾ ਬਦਲ। ਲੋਕਾਂ ਨੂੰ ਹੋਇਆ ਵੀ ਸ਼ਾਇਦ ਪਤਾ ਨਹੀਂ ਸਾਨੂੰ ਵੀ ਕੀ ਦੇ ਦੇਣਗੇ, ਵੀ ਇੱਕ ਵਾਰ ਅਸੀਂ ਦੇਖ ਲਈਏ। ਉਸ ਲਈ ਹੁਣ ਬਦਲ ਸਰਕਾਰ ਤਾਂ ਬਣ ਰਹੀ ਆ, ਦੇਖਦੇ ਹਾਂ ਕੀ ਦਿੰਦੇ ਆ ਨਵਾਂ ਲੋਕਾਂ ਨੂੰ। ਸੋ ਸਮਾਂ ਹੀ ਦੱਸੂਗਾ ਕਿ ਸਮੇਂ ਨਾਲ ਹੀ ਸਾਰਾ ਕੁਛ ਆ ਜਾਣਾ। ਬੁਲਟ ਪ੍ਰੂਫ ਜੈਕਟਾਂ ਦਾ ਜ਼ਿਕਰ ਚੱਲਦਾ ਹੁੰਦਾ। ਵੱਡੇ ਚਿਹਰੇ ਸ਼੍ਰੋਮਣੀ ਅਕਾਲੀ ਦਲ ਦੇ ਬਚ ਨਹੀਂ ਪਾਏ ਇਸ ਲਹਿਰ ਤੋਂ। ਤੁਸੀਂ ਕਿਹੜੀ ਜੈਕਟ ਇਹੋ ਜਿਹੀ ਪਾਈ ਹੋਈ ਸੀਗੀ ਜਿਹੜਾ ਮੁਕੱਦਰ ਸਾਥ ਦੇ ਗਿਆ? ਉਹ ਪਰਮਾਤਮਾ ਦੀ ਮਿਹਰ ਹੀ ਆ ਬਸ। ਉਸ ਪਰਮਾਤਮਾ ਦੀ ਮਿਹਰ, ਤੁਹਾਡਾ ਮੁਕੱਦਰ ਆ ਜਿਹੜਾ, ਬਸ ਉਹੀ ਤੁਹਾਡਾ ਸਾਥ ਜਦੋਂ ਦੇ ਜਾਵੇ ਤਾਂ ਫਿਰ ਬੰਦਾ ਹਨੇਰੀਆਂ 'ਚੋਂ ਵੀ ਨਿਕਲੇ ਆਉਂਦਾ ਵਾ, ਤੂਫਾਨਾਂ 'ਚੋਂ ਵੀ ਬਚ ਜਾਂਦਾ ਵਾ। ਉਹੀ ਗੱਲ ਹੋਈ ਆ ਬਸ। ਸਾਰਾ ਉਹਦਾ ਮਿਹਰ ਪਰਮਾਤਮਾ ਦੀ, ਤੇ ਹਲਕੇ ਦੇ ਲੋਕ, ਸਾਡੇ ਵਰਕਰ ਜਿਨ੍ਹਾਂ ਨੇ ਦਿਲੋਂ ਸਾਥ ਦਿੱਤਾ। ਪਹਿਲੋਂ ਵੀ ਸਾਥ ਦਿੱਤਾ ਜਿਮਨੀ ਚੋਣ 'ਚ। ਇੱਕ ਵਾਰ ਇਤਿਹਾਸ ਰਚਿਆ ਜਾ ਸਕਦਾ, 2 ਵਾਰ ਰਚਿਆ ਗਿਆ। ਸੋ ਇਹ ਤਾਂ ਪਰਮਾਤਮਾ ਹੀ ਜਾਣਦਾ ਵੀ ਉਹਨੇ ਕੀ ਚਾਹੁੰਦਾ। ਤੇ ਹਲਕੇ ਦੇ ਲੋਕ ਨੇ ਜਿਹੜੇ ਦਿਲੋਂ, ਮੈਂ ਉਹਨਾਂ ਨੂੰ ਪਿਆਰ ਕਰਦਾ ਵਾ। ਅਸੀਂ ਦਿਲੋਂ ਨਾਲ ਆ ਲੋਕਾਂ ਦੇ। ਅੱਜ ਵੋਟ ਮੈਨੂੰ ਜਿਹੜੀ ਪਾਈ ਆ, ਸਾਰੇ ਹਲਕੇ ਨੇ ਪਾਈ ਆ, ਇੱਕ ਵੀ ਬੰਦੇ ਨੇ ਮੇਰੇ ਖਿਲਾਫ ਵੋਟ ਨਹੀਂ ਪਾਈ। ਮੈਂ ਤਾਂ ਕਹੂੰਗਾ ਹਰ ਵੋਟ ਮੈਨੂੰ ਪਈ ਆ, ਹਰ ਪਿੰਡ 'ਚੋਂ, ਸ਼ਹਿਰ 'ਚੋਂ, ਹਲਕੇ 'ਚੋਂ। ਜੋ ਜਿੱਤ ਗਏ ਤਾਂ ਸਾਰੇ ਨੇ ਪਾਈਆਂ ਨੇ। ਸੋ ਇਸ ਲਈ ਸਾਰਿਆਂ ਦਾ ਧੰਨਵਾਦ ਆ, ਸਾਰੇ ਹਲਕੇ ਦਾ ਧੰਨਵਾਦ। ਪਹਿਲੀ ਤਾਂ ਇੱਕ ਚੀਜ਼ ਦੱਸੋ, ਇਹ ਜਿਹੜਾ ਕਰਿਸ਼ਮਾ ਤੁਹਾਡੇ ਨਾਲ ਹੋਇਆ, ਤੁਹਾਡੀ ਪਾਰਟੀ ਦੇ ਵੱਡੇ ਚਿਹਰਿਆਂ ਨਾਲ ਵੀ ਤਾਂ ਹੋ ਹੀ ਸਕਦਾ ਸੀਗਾ। ਇਹਨਾਂ ਕੋਈ ਕਮੀ ਤਾਂ ਰਹੀ ਹੋਏਗੀ, ਕੁਛ ਨਾ ਕੁਛ ਤਾਂ ਐਨਾਲਿਸਿਸ ਤੁਸੀਂ ਕੀਤਾ ਹੀ ਹੋਣਾ, ਕਿੱਥੇ ਕਮੀ ਰਹਿ ਗਈ। ਸਾਰਾ ਦੋਸ਼ ਲਹਿਰ ਦੇ ਉੱਤੇ ਤੇ ਨਹੀਂ ਮੜਿਆ ਜਾ ਸਕਦਾ। ਦੇਖੋ, ਕਈ ਵਾਰ ਵੋਟਾਂ ਦੀ ਵੰਡ ਹੀ ਇਹੋ ਜਿਹੀ ਹੋ ਜਾਂਦੀ ਆ, ਕੋਈ ਤੁਹਾਡਾ ਇੱਕ ਵਿਰੋਧੀ ਜ਼ਿਆਦਾ ਕਮਜ਼ੋਰ ਹੋ ਜਾਂਦਾ ਵਾ। ਇਹੋ ਜਿਹੇ ਹਾਲਾਤਾਂ 'ਚ ਕਈ ਕਾਰਨ ਬਣ ਜਾਂਦੇ ਨੇ, ਬਸ ਕਈ ਕਾਰਨ ਬਣ ਜਾਂਦੇ ਨੇ।
ਤੇ ਬਾਕੀ ਬਸ ਪਰਮਾਤਮਾ ਦੇ ਹੱਥ ਹੀ ਮੈਂ ਤਾਂ ਕਹੂੰਗਾ ਕਿ ਇਹੋ ਜਿਹੇ ਟਾਈਮ ਦੇ ਵਿੱਚ ਜਿਵੇਂ ਪਹਿਲਾਂ ਇੱਕ ਵਾਰ ਮਾਨ ਸਾਹਿਬ ਦੀ ਹਨੇਰੀ ਆਈ ਸੀ, ਸਿਮਰਜੀਤ ਸਿੰਘ ਮਾਨ ਦੀ, ਉਦੋਂ ਵੀ 1979 ਦਾ ਉਹ ਦੌਰ ਸੀ। ਹਾਂ, ਉਦੋਂ ਵੀ ਬਹੁਤ ਤਕੜੀ ਇੱਕ ਲਹਿਰ ਸੀਗੀ, ਸਾਰੇ ਸਾਫ਼ ਹੋ ਗਏ ਸੀ। ਸੋ ਉਸ ਤਰ੍ਹਾਂ ਦੀ ਲਹਿਰ ਸੀ ਵੀ ਦੇਖੋ ਕਿੰਨੇ ਲੀਡਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਨੇ। ਈਵਨ ਸਾਬਕਾ ਮੁੱਖ ਮੰਤਰੀ, ਸਾਬਕਾ ਮੰਤਰੀਆਂ ਦੀਆਂ, MLA ਦੀਆਂ, ਵੱਡੇ ਵੱਡੇ ਲੀਡਰ ਜਿਹੜੇ ਜਿੱਤ ਦੇ ਨੇੜੇ ਬੈਠੇ ਸੀ ਆਪਦੇ ਨੂੰ ਸਮਝਦੇ, ਨਿਕਲੀ ਜ਼ਮਾਨਤ ਜ਼ਬਤ। ਹੈਰਾਨੀ ਵਾਲੀ ਗੱਲ ਆ, ਅਸੀਂ ਵੀ ਸੋਚ ਸਕਦੇ ਵੀ ਇਹਨਾਂ ਦੀ ਜ਼ਮਾਨਤਾਂ ਜ਼ਬਤ ਹੋ ਸਕਦੀਆਂ। ਤਾਂ ਹੁਣ ਇੱਕ ਤੁਹਾਡੀ ਕਿਸਮਤ ਲਾ ਲਓ, ਲਹਿਰ ਲਾ ਲਓ, ਹਨੇਰੀ ਲਾ ਲਓ, ਕੁਛ ਲਾ ਲਓ। ਖਫਾ ਸੀ ਲੋਕ ਰਵਾਇਤੀ ਪਾਰਟੀਆਂ ਤੋਂ, ਲੱਗਦਾ ਤੁਹਾਨੂੰ ਕਿ ਇਹ ਵਾਕਈ ਲੋਕ ਨਵਾਂ ਬਦਲ ਚਾਹੁੰਦੇ ਪਤਾ ਕੀ ਆ, ਲੋਕਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ, ਬਸ ਮਾਹੌਲ ਬਣ ਜਾਂਦਾ। ਲੋਕ ਤਾਂ ਜੇ ਆਮ ਆਦਮੀ ਪਾਰਟੀ ਨਾ ਆਉਂਦੀ ਤਾਂ ਅਕਾਲੀ ਦਲ ਨੇ ਜਿੱਤ ਜਾਣਾ ਸੀਗਾ। ਉਹਨਾਂ ਨੇ ਬਦਲ ਕਾਂਗਰਸ ਤੋਂ ਦੁਖੀ ਇੱਧਰ ਪਾ ਦੇਣੀਆਂ ਸੀਗੀਆਂ। ਫਿਰ ਉਹਨਾਂ ਨੇ ਹੁਣ ਦੋਨਾਂ ਤੋਂ ਦੇਖ ਲਿਆ ਵੀ ਸ਼ਾਇਦ ਇਹ ਤੀਜੇ ਸਾਨੂੰ ਕੋਈ ਨਵਾਂ ਦੇ ਦੇਣਗੇ, ਇਸ ਲਈ ਸਾਰੇ ਤੀਜੇ ਵੱਲ ਨੂੰ ਹੋ ਗਏ। ਬਾਦਲ ਸਾਹਿਬ ਨਾਲ ਗੱਲਬਾਤ ਹੋਈ? ਮਿਲ ਕੇ ਆਏ, ਵੱਡਿਆਂ ਨੂੰ ਵੀ ਮਿਲ ਕੇ ਆਏ, ਛੋਟਿਆਂ ਨੂੰ ਮਿਲ ਕੇ ਆਏ। ਕਿਸ ਤਰ੍ਹਾਂ ਦੀ ਚਰਚਾ, ਕੁਝ ਸਾਂਝਾ? ਠੀਕ ਆ, ਬਸ ਉਹਦਾ ਬਸ ਵੀ ਉਹੀ ਹਨੇਰੀ ਆ ਵੀ ਜਿਵੇਂ ਮਾਨਦਲ ਦੀ ਆਈ ਸੀ, ਇਹ ਆ ਗਈ ਉਹਨਾਂ ਦੇ ਸਾਹਮਣੇ। ਵੱਡੇ ਬਾਦਲ ਸਾਹਿਬ ਤਾਂ ਬਾਬਾ ਮੋੜ ਮੰਨੇ ਜਾਂਦੇ ਆ ਸਿਆਸਤ ਦੇ। ਤੁਸੀਂ ਜਦੋਂ ਉਹਨਾਂ ਕੋਲ ਬੈਠੇ ਹੋਵੋਗੇ ਤਾਂ ਪਾਰਟੀ ਵਰਕਰਾਂ ਨੂੰ ਵੀ ਹੌਸਲੇ ਦੀ ਲੋੜ ਹੈ, ਤੇ ਇੱਕ ਲੀਡਰ ਹੋਣ ਦੇ ਨਾਤੇ ਉਹਨਾਂ ਨੇ ਕੋਈ ਨਾ ਕੋਈ ਸੰਦੇਸ਼ ਤਾਂ ਦਿੱਤਾ ਹੀ ਹੋਏਗਾ। ਇਹ ਉਹ ਤਾਂ ਚਲੋ ਵਧਾਈ ਦਿੱਤੀ ਉਹਨਾਂ ਨੇ ਵੀ ਤੁਸੀਂ ਇਸ ਮਾਹੌਲ 'ਚ ਵੀ ਜਿੱਤ ਗਏ ਹੋ, ਜਿਮਨੀ ਵੀ ਜਿੱਤ ਗਏ, ਹੁਣ ਫਿਰ ਜਿੱਤ ਗਏ, ਉਹਦੀ ਬਹੁਤ ਵੱਡੀ ਪਰਮਾਤਮਾ ਦੀ ਕਿਰਪਾ। ਤੇ ਪਰ ਉਹ ਕਹਿੰਦੇ ਹੁਣ ਪਤਾ ਹੀ ਨਹੀਂ ਲੱਗਿਆ, ਕੁਝ ਦਿਖਦਾ ਹੀ ਕੁਝ ਨਹੀਂ ਸੀ। ਤਾਂ ਪਹਿਲੀ ਵਾਰ ਹੋਇਆ, ਕਿਉਂਕਿ ਜਿਹੜੀ ਇਹ ਆਮ ਆਦਮੀ ਪਾਰਟੀ ਆ, ਇੱਕ ਦੁਸ਼ਮਣ ਸਾਹਮਣੇ ਖੜ ਕੇ ਲੜਦਾ। ਇੱਕ ਦੁਸ਼ਮਣ ਪਤਾ ਹੀ ਨਹੀਂ ਕਿੱਥੇ ਆ, ਵਿੱਚ ਹੀ ਬੈਠਾ ਸਾਡੇ 'ਚ ਹੀ, ਤੇ ਬਾਕੀ ਛੁਰਾ ਮਾਰ ਦੇਣਾ ਵਾ, ਹੱਲੀ ਕੋਈ ਨਹੀਂ, ਉਹਦਾ ਇਲਾਜ ਹੀ ਕੋਈ ਨਹੀਂ। ਸੋ ਇਦਾਂ ਦੀ ਬਿਮਾਰੀ ਸੀਗੀ ਇਹ, ਕਿਤੇ ਇਕੱਠ ਹੀ ਨਹੀਂ ਹੋਇਆ, ਕਿਤੇ ਬੂਥ ਹੀ ਨਹੀਂ ਲੱਗੇ, ਪੋਲਿੰਗ ਏਜੰਟ ਵੀ ਨਹੀਂ ਬੈਠਿਆ ਕੋਈ, ਵੋਟਾਂ ਹੀ ਨਿਕਲੀਆਂ ਨੇ। ਕਈ ਲੋਕ ਜਦੋਂ ਸੋਸ਼ਲ ਮੀਡੀਆ ਤੇ ਲੋਕ ਲਿਖਦੇ ਆ, ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ ਤੇ ਲਿਖਦੀ, ਉਹ ਕਹਿੰਦੀ ਹੈ ਕਿ ਯਾਰ ਬਾਹਰਲੀ ਪਾਰਟੀ, ਦਿੱਲੀ ਦੀ ਪਾਰਟੀ ਇਸ ਤਰੀਕੇ ਦੇ ਨਾਲ ਹੁੰਜਾ ਫੇਰ ਗਈ ਪੰਜਾਬ ਦੇ ਵਿੱਚ, ਇਹ ਬਾਕੀ ਪਾਰਟੀਆਂ ਲਈ ਸੋਚਣ ਦਾ ਵਿਸ਼ਾ ਹੈ। ਹਰ ਤਰੀਕੇ ਦੇ ਨਾਲ ਕਾਰਡ ਪਲੇ ਕਰਨ ਦੀ ਕੋਸ਼ਿਸ਼ ਕੀਤੀ। ਦਲਿਤ ਫੈਕਟਰ ਵੀ ਵਿੱਚ ਆਇਆ, ਲੇਕਿਨ ਕਾਂਗਰਸ ਨੂੰ ਦਲਿਤ ਸੀਟਾਂ ਦੇ ਸਿਰਫ 4 ਉਮੀਦਵਾਰ ਉਹਨਾਂ ਦੇ ਜਿੱਤਦੇ ਆ, BSP ਸਿਰਫ 1 ਸੀਟ ਜਿੱਤਦੀ ਹੈ। ਤੁਸੀਂ ਗਠਬੰਧਨ ਕੀਤਾ, ਉਹ ਵੀ ਸਾਰੇ ਜਿੰਨੇ ਵੀ ਫੈਕਟਰ ਸੀਗੇ ਉਹ ਸਭ ਕੁਝ ਧਰੇ ਦਾ ਧਰਿਆ ਰਹਿ ਗਿਆ। ਹਨੇਰੀ ਆ ਨਾ, ਫਿਰ ਹਨੇਰੀ ਅੱਗੇ ਤਾਂ ਕੁਝ ਖੜ ਹੀ ਨਹੀਂ ਸਕਦਾ। ਜਦੋਂ ਹਨੇਰੀ ਆ ਗਈ ਲਾ ਲਓ, ਤੇ ਉਹਦੇ ਮੂਹਰੇ ਕੁਝ ਨਹੀਂ ਟਿਕਦਾ, ਫਿਰ ਉਹ ਸਾਰੇ ਫੈਕਟਰ ਖਤਮ ਹੋ ਗਏ। ਲੋਕਾਂ ਨੇ ਕਿਹਾ ਵੀ ਇਹਨਾਂ ਨੂੰ ਮੌਕਾ ਦੇਣਾ, ਆਮ ਆਦਮੀ ਨੂੰ ਮੌਕਾ ਦੇਣਾ, ਤੇ ਦੇਖਦੇ ਕੀ ਕਰਦੇ ਆ, ਬਦਲ ਲੈ ਕੇ ਆਉਣਾ। ਬਦਲ ਦੀ ਗੱਲ ਚੱਲ ਰਹੀ ਸੀ, ਨਵੀਂ ਪਾਰਟੀ। ਉਹਨੇ ਕਿਵੇਂ ਜਿੱਤ ਗਿਆ ਸੀ? ਅਲੀ ਸਾਹਿਬ, ਤੁਹਾਨੂੰ ਵੀ ਮੈਂ ਮਤਲਬ ਸਾਡੇ ਸੂਤਰ ਸਾਨੂੰ ਕਈ ਵਾਰੀ ਇਸ ਚੀਜ਼ ਦਾ ਵੀ ਪਤਾ ਲੱਗਦਾ ਰਿਹਾ ਕਿ ਤੁਹਾਨੂੰ ਵੀ ਪੂਰੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਅਪਰੋਚ ਕੀਤਾ ਕਿ ਅਲੀ ਸਾਹਿਬ ਆ ਜਾਓ, ਜੁਆਇਨ ਕਰੋ। ਤੁਸੀਂ ਜੁਆਇਨ ਨਹੀਂ ਕੀਤਾ, ਤੇ ਅੱਜ ਦੀ ਤਾਰੀਖ ਦੇ ਵਿੱਚ ਜਦੋਂ ਰਿਜ਼ਲਟ ਰੁਝਾਨ ਆ ਰਹੇ ਹੋਣੇ, ਉਦੋਂ ਤਾਂ ਧੱਕ ਹੁੰਦੀ ਹੋਣੀ ਕਿ ਯਾਰ, ਲੇਕਿਨ ਜਦੋਂ ਹੁਣ ਪਤਾ ਲੱਗ ਗਿਆ ਕਿ ਹਾਂ ਜਿੱਤ ਗਏ ਆ, ਤੇ ਹੁਣ ਤੁਹਾਡੀ ਜਿਹੜੀ ਇੱਕ ਇਮੇਜ ਹੈ ਉਹ ਅਲੱਗ ਤਰੀਕੇ ਦੇ ਨਾਲ ਬਣ ਕੇ ਆਈ ਹੈ। ਜਿੱਥੇ ਪਾਰਟੀ ਦੇ ਵੱਡੇ ਚਿਹਰੇ ਹਾਰ ਕੇ ਹੁਣ ਉੱਥੇ ਮਨਪ੍ਰੀਤ ਸਿੰਘ ਯਾਲੀ ਜਿੱਤ ਜਾਂਦੇ ਆ। ਦੇਖੋ, ਬਹੁਤ ਬੰਦੇ ਆਮ ਆਦਮੀ ਛੱਡ ਕੇ ਕਾਂਗਰਸ 'ਚ ਗਏ, ਜ਼ਮਾਨਤ ਜ਼ਬਤ ਹੋ ਗਈ। ਕੋਈ ਛੱਡ ਕੇ BJP 'ਚ ਗਿਆ, ਜ਼ਮਾਨਤ ਜ਼ਬਤ ਹੋ ਗਈ। ਜੋ ਮੈਂ ਕਹਿੰਦਾ ਵੀ ਤੁਹਾਡਾ ਇੱਕ ਸਟੈਂਡ, ਮੈਂ ਜਿਸ ਪਾਰਟੀ 'ਚ ਕੰਮ ਕਰ ਰਿਹਾ ਉਹ ਸਾਡੇ ਪੰਜਾਬ ਦੀ ਖੇਤਰੀ ਪਾਰਟੀ ਆ, ਸਾਡੀ ਪੰਜਾਬੀਆਂ ਦੀ ਮਾਂ ਪਾਰਟੀ ਆ। ਸਾਡੀ ਜਿਹੜੀਆਂ ਧਾਰਮਿਕ ਭਾਵਨਾਵਾਂ ਉਸ ਪਾਰਟੀ ਨਾਲ ਜੁੜੀਆਂ ਹੋਈਆਂ ਨੇ, ਬੜਾ ਗੌਰਵੀ ਇਤਿਹਾਸ ਆ ਉਸ ਪਾਰਟੀ ਦਾ। ਸੋ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ। ਠੀਕ ਆ, ਅਪਰੋਚ ਕੀਤਾ ਤੁਹਾਨੂੰ, ਮੈਨੂੰ ਆਮ ਆਦਮੀ ਨੇ ਵੀ ਕੀਤਾ, ਮੈਨੂੰ ਕਾਂਗਰਸ ਨੇ ਵੀ ਕੀਤਾ, ਮੈਨੂੰ BJP ਨੇ ਵੀ ਕੀਤਾ, ਤੇ ਆਫਰਾਂ ਹੀ ਬਹੁਤ ਵੱਡੀਆਂ ਸੀਗੀਆਂ। ਤੇ ਲੇਕਿਨ ਆਪਾਂ ਨੂੰ ਲਾਲਚ ਹੀ ਕੋਈ ਨਹੀਂ, ਕੋਈ ਲਾਲਚ ਨਹੀਂ, ਕੋਈ ਲੰਬੀ ਚੌੜੀ ਮਨ ਦੀ ਤਮੰਨਾ ਨਹੀਂ। ਪਰਮਾਤਮਾ ਦਾ ਸ਼ੁਕਰ ਹੀ ਕਰੀਏ ਵੀ ਇੱਥੇ ਤੱਕ ਲਿਆ, ਇੰਨੇ ਥੋੜਾ ਕਿਤੇ ਜਿੱਥੇ ਤੱਕ ਪਹੁੰਚ ਗਏ, ਇੰਨਾ ਹੀ ਬਹੁਤ ਸ਼ੁਕਰ ਆ। ਸੋ ਇਸ ਲਈ ਕੋਈ ਆਪਣਾ ਲੰਬਾ ਚੌੜਾ ਨਹੀਂ, ਆਪਾਂ ਹੈਗਾ ਵੀ ਇਮਾਨਦਾਰੀ ਨਾਲ ਕੰਮ ਕਰੀਏ, ਸਾਡੇ ਤੇ ਉਂਗਲੀ ਨਾ ਕਰੇ, ਆਪਦੀ ਇਮੇਜ ਉਹਨੂੰ ਸਾਫ਼ ਸੁਥਰਾ ਰੱਖੀਏ, ਆਲਾ ਦੁਆਲਾ ਸਾਫ਼ ਸੁਥਰਾ ਰੱਖੀਏ, ਕਿਸੇ ਤਰ੍ਹਾਂ ਦਾ ਸਾਡੇ ਤੇ ਕੋਈ ਦਾਗ ਨਾ ਲੱਗੇ ਬਸ। ਸੋ ਉਹਦੇ 'ਤੇ ਮੈਂ ਸਭ ਤੋਂ ਵੱਧ ਧਿਆਨ ਦਿੱਤਾ, ਅਤੇ ਆਉਣ ਵਾਲੇ ਸਮੇਂ ਦੇਵਾਂਗਾ। ਜ਼ਰੂਰੀ ਨਹੀਂ ਤੁਸੀਂ ਕਿੱਥੇ ਤੱਕ ਪਹੁੰਚਣਾ ਹੁੰਦਾ, ਕਿੰਨਾ ਕੁ ਚਿਰ ਪੋਲੀਟਿਕਸ ਕਰਨੀ ਹੁੰਦੀ, ਉਹ ਸਮਾਂ ਦੱਸੂਗਾ। ਲੇਕਿਨ ਜਿੰਨਾ ਚਿਰ ਕਰਾਂਗੇ, ਉਂਗਲੀ ਨਾ ਕਰੇ ਕੋਈ ਵੀ ਇਹ ਧੋਖਾ ਦੇ ਗਿਆ। ਜੇ ਮੇਰੀ ਅੱਜ ਰਾਜਨੀਤਿਕ ਹੋਣ ਦਾ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਕਰਕੇ ਆ।
ਤੇ ਲੇਕਿਨ ਮੈਂ ਕਿਸੇ ਲਾਲਚ ਨੂੰ ਕਿਸੇ ਪਾਸੇ ਚਲੇ ਜਾਵਾਂ, ਮੇਰਾ ਖਿਆਲ ਵੈਸੇ ਤਾਂ ਰਾਜਨੀਤੀ ਦੇ ਵਿੱਚ ਤੁਹਾਨੂੰ ਕੋਈ ਗੱਲ ਬਾਹਲੀ ਕਹਿਣੀ ਨਹੀਂ ਚਾਹੀਦੀ, ਕਈ ਵਾਰ ਪਤਾ ਨਹੀਂ ਬੰਦੇ ਨੂੰ ਪਿੱਛੇ ਵੜਨਾ ਪੈਂਦਾ, ਲੇਕਿਨ ਫਿਰ ਵੀ ਕੋਸ਼ਿਸ਼ ਆ, ਮੇਰੀ ਗੱਲ ਨਾਲ ਮੈਂ ਕਹਿਣਾ ਵੀ ਕੋਸ਼ਿਸ਼ ਹਮੇਸ਼ਾ ਰਹੂਗੀ ਵੀ ਇਹ 'ਚ ਕਿਤੇ ਦਿੱਕਤ ਨਾ ਆਵੇ। ਅੱਜ ਤੱਕ ਤਾਂ ਨਹੀਂ ਕਦੇ ਆਈ, ਕਦੇ ਵੀ ਕਿਸੇ ਨਾਲ ਧੋਖਾ ਨਹੀਂ, ਕਿਸੇ ਨਾਲ ਆਪਾਂ ਨੂੰ ਲਾਲਚ ਨਹੀਂ ਕਦੇ, ਚਾਹੇ ਕਾਰੋਬਾਰ ਆ, ਚਾਹੇ ਰਿਸ਼ਤੇਦਾਰ ਆ, ਚਾਹੇ ਦੋਸਤ ਮਿੱਤਰ ਆ, ਚਾਹੇ ਕੋਈ ਵਰਕਰ ਆ, ਆਪਾਂ ਕਿਸੇ ਨਾਲ ਜ਼ਿਆਦਤੀ ਕੀਤੀ ਨਹੀਂ, ਪਹਿਲ ਨਹੀਂ ਕੀਤੀ ਕਦੇ। ਅੱਗੇ ਦੂਜ ਹੋਈ ਆ, ਹੁਣ ਦੂਜ ਵੀ ਨਹੀਂ ਹੋਣੀ ਕਦੇ, ਵੀ ਕਈ ਵਾਰ ਜੇ ਕਿਸੇ ਨੇ ਕਰ ਲਿਆ ਤਾਂ ਕਈ ਵਾਰ ਗੁੱਸੇ 'ਚ ਵੀ ਕਹਿੰਦਾ, ਹੁਣ ਉਹ ਵੀ ਨਹੀਂ ਹੋਣਾ। ਸੁਖਜਿੰਦਰ ਸਿੰਘ ਰੰਧਾਵਾ ਨੇ ਬਿਆਨ ਦਿੱਤਾ, ਕਹਿੰਦੇ ਕਿ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਬਿਆਨ ਦਿੱਤਾ ਸੀਗਾ ਬੇਅਦਬੀ ਨੂੰ ਲੈ ਕੇ ਕਿ ਜਿਨ੍ਹਾਂ ਨੇ ਬੇਅਦਬੀ ਕਰਾਈ ਹੈ ਉਹਨਾਂ ਦਾ ਕੱਖ ਨਾ ਰਵੇ। ਨਾਲ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਵੀ ਕਹਿ ਦਿੱਤਾ ਕਿ ਨਤੀਜਾ ਤੁਹਾਡੇ ਸਾਹਮਣੇ, ਉਹਨਾਂ ਦਾ ਕੱਖ ਨਹੀਂ ਰਿਹਾ। ਤੁਹਾਨੂੰ ਤੁਹਾਡੀ ਪਾਰਟੀ ਨੂੰ, ਵੱਡੇ ਚਿਹਰਿਆਂ ਨੂੰ ਟਾਰਗੇਟ ਕਰਕੇ ਕਿਹਾ ਉਹਨਾਂ ਨੇ। ਚਲੋ ਤਾਂ ਹੁਣ ਜਿੰਨਾ ਨੁਕਸਾਨ ਕਰ ਲਿਆ ਉਹਨੇ ਕਾਂਗਰਸ ਦਾ ਹੋਇਆ ਵਾ, ਉਹਨਾਂ ਦੇ ਵੀ ਸਾਰੇ ਹਾਰੇ ਨੇ। ਚੰਨੀ ਸਾਹਿਬ ਜਿਹੜੇ ਕਹਿੰਦੇ ਮੇਰੇ ਕਰਕੇ ਸਰਕਾਰ ਬਣਨੀ ਆ, ਦੋਨਾਂ ਸੀਟਾਂ ਤੋਂ ਹੀ ਹਾਰ ਗਏ। ਸੋ ਇਹ ਤਾਂ ਚੱਲੀ ਜਾਂਦਾ, ਨੁਕਸਾਨ ਤਾਂ ਜਦੋਂ ਇੱਕ ਲਹਿਰ ਚੱਲਦੀ ਹੈ ਤਾਂ ਸਾਰੀਆਂ ਪਾਰਟੀਆਂ ਦੇ ਹੋਇਆ, ਇਹਨਾਂ ਦਾ ਕਿਹੜਾ ਬਚਿਆ ਕੁਛ। ਠੀਕ ਆ, ਹਰ ਬੰਦਾ ਆਪਣੇ ਆਪ ਨੂੰ ਸਹੀ ਪ੍ਰੂਵ ਕਰਨ ਦੀ ਕੋਸ਼ਿਸ਼ ਕਰਦਾ ਵਾ। ਯਾਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਚਿੰਤਾ ਜਤਾਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਇਸ ਪਰਫਾਰਮੈਂਸ ਤੇ। ਅਕਾਲੀ ਦਲ ਦਾ ਹਾਰ ਜਾਣਾ, ਇੰਨੀ ਬੁਰੀ ਤਰ੍ਹਾਂ ਹਾਰ ਜਾਣਾ, ਬਹੁਤ ਇਹ ਸਾਡੇ ਸੂਬੇ ਲਈ ਬਹੁਤ ਘਾਤਕ ਆ। ਖੇਤਰੀ ਪਾਰਟੀਆਂ ਦਾ ਮਜ਼ਬੂਤ ਰਹਿਣਾ ਸੂਬੇ ਦੇ ਭਲੇ ਲਈ ਬੜਾ ਜ਼ਰੂਰੀ ਹੈ। ਜਿਹੜੇ ਬਾਹਰੋਂ ਆਏ ਨੇ ਜਾਂ ਬਾਹਰੋਂ ਆਉਂਦੇ ਨੇ, ਇਹ ਸਾਡੇ ਨਹੀਂ ਹੋ ਸਕਦੇ ਕਦੇ। ਸੋ ਇਸ ਲਈ ਆਉਣ ਵਾਲੇ ਸਮੇਂ ਦੇ ਵਿੱਚ ਪਰਮਾਤਮਾ ਮਿਹਰ ਕਰੇ ਕਿ ਸਾਡੀ ਜਿਹੜੀ ਪਾਰਟੀ ਆ ਇਹ ਮਜ਼ਬੂਤ ਹੋਵੇ ਅਤੇ ਆਉਣ ਵਾਲੇ ਸਮੇਂ ਸਾਡੀ ਦੁਬਾਰਾ ਫਿਰ ਸਰਕਾਰ ਬਣੇ ਅਤੇ ਇਹ ਵਧੀਆ ਢੰਗ ਦੇ ਨਾਲ ਪੰਜਾਬ ਦੇ ਲੋਕਾਂ ਦੇ ਲਈ, ਪੰਜਾਬ ਦੇ ਭਲੇ ਲਈ ਕੰਮ ਕਰੇ। ਤੁਹਾਨੂੰ ਲੱਗਦਾ ਹੈ ਕਿ ਹੁਣ ਸੂਬੇ ਦੇ ਵਿੱਚ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਤੁਸੀਂ ਦਾਖੇ ਤੋਂ ਐਮਐਲਏ ਚੁਣੇ ਗਏ ਹੋ, ਤੁਹਾਨੂੰ ਲੱਗਦਾ ਕਿ ਤੁਸੀਂ ਉਸ ਤਰੀਕੇ ਨਾਲ ਇੱਥੋਂ ਦੇ ਲੋਕਾਂ ਦਾ ਭਲਾ ਕਰ ਪਾਓਗੇ? ਕਿਉਂਕਿ ਆਪਸ ਦੇ ਵਿੱਚ ਸਰਕਾਰ ਕੋਈ ਹੋਰ ਹੋਵੇ, ਐਮਐਲਏ ਕੋਈ ਕਿਸੇ ਹੋਰ ਪਾਰਟੀ ਦਾ ਹੋਵੇ, ਤੇ ਉਸ ਤਰੀਕੇ ਦੇ ਨਾਲ ਵਿਕਾਸ ਨਹੀਂ ਹੋ ਪਾਉਂਦਾ। ਦੇਖੋ, ਸਰਕਾਰ 'ਚ ਤੁਸੀਂ ਖੁਦ ਕੰਮ ਕਰਨਾ ਹੁੰਦਾ, ਓਪੋਜੀਸ਼ਨ ਤੁਸੀਂ ਕਰਵਾਉਣਾ ਹੁੰਦਾ। ਅੱਗੇ ਅਸੀਂ ਵਿਰੋਧੀ ਜਿਹੜੀ ਸਾਡੀ ਕਾਂਗਰਸ ਸੀ ਉਹ ਤੋਂ ਕੰਮ ਕਰਾਉਣ ਦੀ ਕਸਰ ਨਹੀਂ ਛੱਡੀ ਕੋਈ, ਪਰ ਉਹ ਕੁਛ ਗਲਤ ਵੀ ਕਰ ਗਏ, ਧੱਕੇ ਵੀ ਕਰ ਗਏ, ਉਹਦਾ ਖਮਿਆਜਾ ਭੁਗਤ ਲਿਆ ਉਹਨਾਂ ਨੇ। ਸੋ ਇਹਨਾਂ ਤੋਂ ਵੀ ਕਰਵਾਵਾਂਗੇ, ਜਿਹੜਾ ਗਲਤ ਕਰਨਗੇ ਉਹਦਾ ਵੀ ਦੱਸਾਂਗੇ ਲੋਕਾਂ ਨੂੰ, ਅਤੇ ਜਿਹੜਾ ਹੋਣ ਵਾਲਾ ਸਹੀ ਵੀ ਕਰਾਵਾਂਗੇ ਇਹਨਾਂ ਤੋਂ। ਫਿਰ ਇਹਨਾਂ ਦਾ ਲੇਖਾ ਜੋਖਾ ਹੋਣਾ ਵੀ ਚੰਗੇ ਕਿੰਨੇ ਕੀਤੇ, ਮਾੜੇ ਕਿੰਨੇ ਕੀਤੇ ਆ। ਤੁਹਾਡੇ ਬਾਰੇ ਸੋਸ਼ਲ ਮੀਡੀਆ 'ਤੇ ਲੋਕ ਲਿਖਦੇ ਪਏ ਆ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਇਕਲੌਤੇ ਦਸਤਾਰਧਾਰੀ ਹੈਗੇ ਆ ਜੋ 1.25 ਲੱਖ ਦੇ ਇੱਕ ਦੇ ਬਰਾਬਰ ਨੇ। ਤੁਹਾਡੇ ਬਾਰੇ ਲਿਖਿਆ ਜਾ ਰਿਹਾ। ਉਮੀਦਾਂ ਤੁਹਾਡੇ ਕੋਲੋਂ ਲੋਕਾਂ ਦੀਆਂ ਹੋਰ ਤਰੀਕੇ ਦੇ ਨਾਲ ਨੇ। ਕਿੱਦਾਂ ਲੱਗੇਗਾ ਵਿਧਾਨ ਸਭਾ ਦੇ ਵਿੱਚ ਇਸ ਤਰੀਕੇ ਬਹੁਤ ਸਾਰੇ ਨਵੇਂ ਕੈਂਡੀਡੇਟਸ ਹੋਣਗੇ ਐਤਕੀ ਵਿਧਾਨ ਸਭਾ ਦੇ ਵਿੱਚ, ਬਹੁਤ ਸਾਰੀਆਂ ਚੀਜ਼ਾਂ ਨਵੀਆਂ ਹੋਣਗੀਆਂ, ਅਲੱਗ-ਅਲੱਗ ਤਰੀਕੇ ਦੇ ਨਾਲ, ਅਲੱਗ ਪੇਸ਼ੇ ਤੋਂ ਲੋਕ ਆ ਰਹੇ ਨੇ। ਤੁਹਾਡੀ ਉੱਥੇ ਆਵਾਜ਼ ਕਿਸ ਤਰੀਕੇ ਦੇ ਨਾਲ ਮਹੱਤਵਪੂਰਨ ਹੈ ਅਤੇ ਕਿਸ ਤਰੀਕੇ ਨਾਲ ਗੂੰਜੇਗੀ? ਦੇਖੋ, ਮੈਂ ਤਾਂ ਪਰਮਾਤਮਾ ਦੀ ਮਿਹਰ ਕਰਦਾ ਕਿ ਮੈਨੂੰ ਤੀਜੀ ਵਾਰ ਐਮਐਲਏ ਬਣ ਕੇ ਵਿਧਾਨ ਸਭਾ ਜਾਣ ਦਾ ਮੌਕਾ ਮਿਲ ਰਿਹਾ। 2 ਵਾਰ ਤਾਂ ਇਹੋ ਜਿਹੇ ਹਾਲਾਤ ਆ ਵੀ ਜਿੱਥੇ ਸੋਚਿਆ ਨਹੀਂ ਜਾ ਸਕਦਾ ਸੀ, 2019 ਤੇ 22, ਤੇ ਲੇਕਿਨ ਉੱਥੇ ਜਾ ਕੇ ਅਸੀਂ ਤਾਂ ਆਪਣੀ ਜਿਹੜੀ ਸਰਕਾਰ ਹੈਗੀ ਆ, ਜੇ ਕਿਤੇ ਵੀ ਸਾਡੀ ਜਿਹੜੀ ਜ਼ਿੰਮੇਵਾਰੀ ਆ ਸਰਕਾਰ ਨੂੰ ਜਗਾਉਣਾ, ਜੋ ਵਾਅਦੇ ਕੀਤੇ ਲੋਕਾਂ ਨਾਲ ਪੂਰੇ ਕਰਾਉਣੇ, ਤੇ ਹਰ ਮਸਲੇ ਤੇ ਆਵਾਜ਼ ਉਠਾਉਣੀ। ਸੋ ਜਿਹੜੀ ਸਾਡੀ ਓਪੋਜੀਸ਼ਨ ਦੀ ਡਿਊਟੀ ਬਣਦੀ ਆ ਉਹ ਪੂਰੀ ਨਿਭਾਵਾਂਗੇ, ਅਸੀਂ ਡਟ ਕੇ ਨਿਭਾਵਾਂਗੇ। ਬਾਕੀ ਦੇਖਦੇ ਹਾਂ ਸਰਕਾਰ ਕਿਵੇਂ ਚੱਲਦੀ ਹੈ, ਅਤੇ ਇਹਨਾਂ ਨੂੰ ਵਧਾਈ ਵੀ ਦਿੰਦਾ ਮੈਂ ਆਪਣੇ ਭਗਵੰਤ ਮਾਨ ਜੀ ਨੂੰ, ਉਹਨਾਂ ਦੀ ਸਾਰੀ ਟੀਮ ਨੂੰ, ਸਾਰੇ ਐਮਐਲਏ ਨਵੇਂ ਚੁਣੇ ਗਏ ਆ, ਕੇਜਰੀਵਾਲ ਜੀ ਨੂੰ, ਕਿ ਮੈਂ ਆਸ ਵੀ ਕਰਦਾ ਕਿ ਇਹ ਜਿਹੜੀ ਬਦਲਾਅ ਦੀ ਗੱਲ ਕਰਦੇ ਸੀ, ਸ਼ਾਇਦ ਕੋਈ ਨਾ ਕੋਈ ਬਦਲਾਅ ਲੈ ਕੇ ਆਉਣ ਜ਼ਰੂਰ, ਕੁਛ ਪੰਜਾਬ ਲਈ ਵਧੀਆ ਕਰਨਗੇ, ਚੰਗਾ ਪ੍ਰਸ਼ਾਸਨ ਦੇਣਗੇ। ਕਰਪਸ਼ਨ, ਹੋਰ ਬਹੁਤ ਮੁੱਦੇ ਜਿਹੜੇ ਪੰਜਾਬ ਦੇ, ਬੇਰੁਜ਼ਗਾਰੀ ਦਾ ਮੁੱਦਾ, ਐਜੂਕੇਸ਼ਨ ਦਾ ਮੁੱਦਾ ਵਾ, ਅਤੇ ਹੈਲਥ ਦੇ ਮੁੱਦੇ ਆ, ਸਪੋਰਟਸ ਦੇ ਮੁੱਦੇ ਆ। ਸੋ ਇਹਨਾਂ ਮੁੱਦਿਆਂ 'ਤੇ ਇਹ ਵਧੀਆ ਢੰਗ ਨਾਲ ਕੰਮ ਕਰਨਗੇ। ਲੋਕਾਂ ਨੂੰ ਬਹੁਤ ਐਕਸਪੈਕਟੇਸ਼ਨਸ ਨੇ ਇਹਨਾਂ ਤੋਂ, ਦੇਖਦੇ ਕਿੰਨਾ ਕੁ ਪੂਰੇ ਉਤਰਦੇ। ਪਟੇਲ ਸਾਹਿਬ, ਜਿਵੇਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਾਂ ਉਹਨਾਂ ਦਾ ਕੰਮ ਦੇਖਿਆ ਜਾਵੇ ਤਾਂ ਇੱਕ ਵਾਰੀ ਜਿੱਤੇ, ਜਦੋਂ ਫਿਰ ਦੂਜੀ ਵਾਰੀ ਜਿੱਤੇ ਤਾਂ ਹੋਰ ਬਹੁਮਤ ਲੈ ਕੇ ਜਿੱਤੇ। ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜੋ ਇਹਨਾਂ ਨੇ ਹੁਣ ਆਪਣੀ ਜਗ੍ਹਾ ਬਣਾ ਲਈ ਹੈ, ਪੰਜਾਬ ਦੇ ਲੋਕ ਛੇਤੀ ਇਹਨਾਂ ਦਾ ਸਾਥ ਛੱਡਣਗੇ ਨਹੀਂ। ਪੰਜਾਬ ਤੇ ਦਿੱਲੀ ਦਾ ਬਹੁਤ ਫਰਕ ਆ, ਜ਼ਮੀਨ ਅਸਮਾਨ ਦਾ ਫਰਕ ਆ। ਪੰਜਾਬ ਨੂੰ ਚਲਾਉਣਾ, ਪੰਜਾਬ ਦੇ ਲੋਕਾਂ ਨੂੰ ਨਾਲ ਜੋੜ ਕੇ ਰੱਖਣਾ, ਇੱਕ ਵਾਰ ਜਿੱਤ ਜਾਣਾ
ਤੇ ਉਸ ਜਿੱਤ ਨੂੰ ਬਹਾਲ ਰੱਖਣਾ ਬਹੁਤ ਵੱਡੀ ਗੱਲ ਹੈ। ਲੋਕਾਂ ਦਾ ਭਰੋਸਾ ਬਣਾਈ ਰੱਖਣਾ ਇਹ ਬਹੁਤ ਵੱਡੀ ਗੱਲ ਆ। ਸੋ ਇਹ ਗੱਲਾਂ ਤੇ ਤੁਹਾਨੂੰ ਥੋੜੀ ਕਹਿਣੀ ਤੇ ਕਰਨੀ 'ਚ ਫਰਕ ਨਹੀਂ ਹੋਣਾ ਚਾਹੀਦਾ। ਮੈਨੂੰ ਇਸ ਗੱਲ ਦਾ ਬਹੁਤ ਖੁਸ਼ੀ ਵੀ ਆ, ਪ੍ਰਮਾਤਮਾ ਦਾ ਸ਼ੁਕਰ ਵੀ ਆ ਕਿ ਤੀਜੀ ਵਾਰ ਇਹ ਹਲਕਾ 3 ਇਲੈਕਸ਼ਨਾਂ ਹੋਈਆਂ ਨੇ, ਜੇ ਇੱਕ ਲੂਜ਼ ਕੀਤੇ ਤਾਂ ਉਦੋਂ ਵੱਧ ਜ਼ੋਰ ਨਾਲ ਹੀ ਫਿਰ ਲੈ ਗਏ ਉਹ ਸੀਟ, ਸਰਕਾਰ ਦੇ ਖਿਲਾਫ ਵੀ ਲੈ ਗਏ। 12 3 ਟਰਮਾਂ ਹੋਈਆਂ ਨੇ, 3 ਟਰਮਾਂ 'ਚ ਹੀ ਮੌਕਾ ਮਿਲ ਗਿਆ। ਸੋ ਇਸ ਲਈ ਇਹਦਾ ਮਤਲਬ ਆ ਵੀ ਜੇ ਅਸੀਂ ਲੋਕਾਂ ਨਾਲ ਕੋਈ ਗਲਤੀ, ਸਾਡੇ 'ਚ ਕਮੀ ਹੁੰਦੀ ਤਾਂ ਦੁਬਾਰਾ ਨਹੀਂ ਫਿਰ ਲੋਕ ਆਉਣਗੇ। ਕਿਤੇ ਵੀ ਕੋਈ ਢਿੱਲ ਹੁੰਦੀ ਤਾਂ ਦੁਬਾਰਾ ਲੋਕਾਂ 'ਚ ਤੁਸੀਂ ਜਿੱਤ ਨਹੀਂ ਸਕਦੇ ਸੀ ਅਜੇ ਮਾਹੌਲ ਦੇ ਵਿੱਚ, ਤਾਂ ਸਫਾਈ ਹੋ ਜਾਂਦਾ। ਵੱਡੇ ਬਾਦਲ ਸਾਹਿਬ ਨਾਲ ਮਿਲ ਕੇ ਆਏ ਤੁਸੀਂ ਉਹਨਾਂ ਨੇ ਸਮਝਾਇਆ ਤੁਹਾਨੂੰ ਕਿ ਇੱਥੇ ਸਾਡੀਆਂ ਖਾਮੀਆਂ ਰਹਿ ਗਈਆਂ, ਇੱਥੇ ਨਾਕਾਮੀਆਂ ਰਹਿ ਗਈਆਂ ਸਾਡੀਆਂ, ਇਹਨਾਂ ਨੂੰ ਸੁਧਾਰਨ ਦੀ ਲੋੜ ਹੈ? ਉਹ ਕਹਿੰਦੇ ਹਜੇ ਤਾਂ ਚਲੋ ਇੱਕ ਦਿਨ ਹੀ ਹੋਇਆ ਵਾ, ਹੌਲੀ ਹੌਲੀ ਗੱਲਾਂ ਦੀ ਪੜਚੋਲ ਹੋਊਗੀ, ਗੱਲਾਂ ਬੈਠ ਕੇ ਮੀਟਿੰਗਾਂ ਹੋਣਗੀਆਂ, ਮੀਟਿੰਗਾਂ ਦੇ ਵਿੱਚ ਪੜਚੋਲ ਕੀਤੀ ਜਾਊਗੀ ਵੀ ਕੀ ਕਮੀਆਂ ਰਹੀਆਂ ਨੇ, ਕੀ ਕਾਰਨ ਬਣੇ ਨੇ ਤੇ ਕਿਵੇਂ ਆਉਣ ਵਾਲੇ ਸਮੇਂ ਦੇ ਵਿੱਚ। ਸ਼੍ਰੋਮਣੀ ਅਕਾਲੀ ਦਲ ਇਸ ਸ਼ੋਰ ਦੇ ਵਿੱਚ, ਇਸ ਆਮ ਆਦਮੀ ਪਾਰਟੀ ਦੀ ਜਿੱਤ ਦੀ ਗੂੰਜ ਦੇ ਵਿੱਚ ਕਿਤੇ ਗਵਾਚ ਤਾਂ ਨਹੀਂ ਜਾਏਗੀ? ਦੇਖੋ ਇਹ ਪਾਰਟੀ ਆ ਜਿਹੜੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ, ਇਹ ਪਾਰਟੀ ਕਦੇ ਵੀ ਖਤਮ ਨਹੀਂ ਹੋ ਸਕਦੀ। ਕਿਸੇ ਦਾ ਵਿਰੋਧ ਨਿੱਜੀ ਹੋ ਸਕਦਾ ਵਾ, ਨਿੱਜੀ ਕਿਸੇ ਤੇ ਗੁੱਸਾ ਹੋ ਸਕਦਾ, ਪਰ ਇਸ ਪਾਰਟੀ ਦੇ ਨਾਲ ਕਿਸੇ ਨੂੰ ਗੁੱਸਾ ਨਹੀਂ। ਅੱਜ ਵੀ ਇਸ ਪਾਰਟੀ ਦੇ ਹਾਰ ਦਾ ਬਹੁਤ ਲੋਕਾਂ ਨੂੰ ਦੁੱਖ ਆ, ਜਿਨ੍ਹਾਂ ਨੇ ਨਹੀਂ ਵੋਟਾਂ ਉਹਨਾਂ ਨੂੰ ਵੀ ਦੁੱਖ ਆ। ਸਾਰੇ ਚਾਹੁੰਦੇ ਆ ਕਿ ਇਹ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਮਜ਼ਬੂਤ ਹੋਵੇ। ਤੁਸੀਂ ਚਿਹਰੇ ਪਛਾਣਨ ਦੀ ਕੋਸ਼ਿਸ਼ ਕਰੋਗੇ ਜਿਹਦੇ ਨਾਲ ਨਿੱਜੀ ਲੋਕਾਂ ਦੇ ਨਾਲ ਇੱਕ ਰੰਜਿਸ਼ ਪੈਦਾ ਹੋ ਗਈ ਲੋਕਾਂ ਦੇ ਵਿੱਚ ਕਿ ਹਾਂ ਯਾਰ ਇਹ ਜਿਹੜੇ ਬੰਦੇ ਹੈਗੇ ਸ਼੍ਰੋਮਣੀ ਅਕਾਲੀ ਦਲ ਨੂੰ ਖਰਾਬ ਕਰਦੇ ਪਏ ਆ? ਮਨਜਿੰਦਰ ਸਿੰਘ ਸਿਰਸਾ ਜਦੋਂ ਪਾਰਟੀ ਛੱਡ ਕੇ ਗਏ ਸੀਗੇ ਤੇ ਉਹਨਾਂ ਨੇ ਬਿਆਨ ਦਿੱਤਾ, ਬਕਾਇਦਾ ਸਾਡੀ ਇੰਟਰਵਿਊ 'ਚ ਬਿਆਨ ਦਿੱਤਾ ਕਿ ਬਹੁਤ ਗਲਤ ਬੰਦੇ ਜਿਹੜੇ ਹੈਗੇ ਪਾਰਟੀ ਦੇ ਵਿੱਚ ਨੇ। ਚਲੋ ਇਹ ਗੱਲਾਂ ਜਿਹੜੇ ਕਹਿੰਦੇ ਆ, ਉਹਨਾਂ ਨੇ ਕੀ ਕੀਤਾ ਪਾਰਟੀ ਲਈ, ਉਹਨਾਂ ਨੂੰ ਪਾਰਟੀ ਨੇ ਕੀ ਦਿੱਤਾ ਤੇ ਉਹਨਾਂ ਨੇ ਪਾਰਟੀ ਲਈ ਕੀ ਕੀਤਾ। ਸਮਾਂ ਆਉਣ ਤੇ ਸਾਰੀਆਂ ਗੱਲਾਂ ਸਾਹਮਣੇ ਆ ਹੀ ਜਾਣੀਆਂ ਨੇ। ਸੋ ਠੀਕ ਆ, ਲੇਕਿਨ ਅਕਾਲੀ ਦਲ ਆਉਣ ਵਾਲੇ ਸਮੇਂ ਜ਼ਰੂਰ ਮਜ਼ਬੂਤ ਹੋਊਗਾ। ਆਉਣ ਵਾਲੇ ਸਮੇਂ 'ਚ ਇਹ ਪਾਰਟੀ ਆ ਜਿਹੜੀ, ਇਹਦੀ ਹੋਂਦ ਨੂੰ ਕੋਈ ਖਤਰਾ ਨਹੀਂ ਮੈਂ ਸਮਝਦਾ। ਸੋ ਜਿਹੜੀ ਸਾਰੇ ਲੋਕ ਅਕਾਲੀ ਦਲ ਨੂੰ ਪਿਆਰ ਕਰਦੇ ਨੇ ਤੇ ਚਾਹੁੰਦੇ ਆ, ਤੇ ਅੱਜ ਲੋਕਾਂ ਨੂੰ ਅਫਸੋਸ ਹੈ ਇਸ ਗੱਲ ਦਾ ਬਹੁਤ ਜ਼ਿਆਦਾ। ਤੇ ਜਿੱਥੇ ਵੀ ਕਮੀਆਂ ਨੇ ਸਾਰੇ ਪੜਚੋਲ ਕਰਕੇ ਉਹਨੂੰ ਦੂਰ ਕਰਨ ਦੀ ਲੋੜ ਹੈਗੀ ਆ, ਤਾਂ ਜੋ ਆਉਣ ਵਾਲੇ ਸਮੇਂ 'ਚ ਇਹ ਸਾਡੀ ਜਿਹੜੀ ਪੰਥਕ ਪਾਰਟੀ ਆ ਇਹ ਦੁਬਾਰਾ ਫਿਰ ਇਹ ਮਜ਼ਬੂਤ ਹੋਵੇ, ਇਹਦੀ ਸਰਕਾਰ ਬਣੇ ਤੇ ਸਹੀ ਢੰਗ ਨਾਲ ਇਹ ਆਪਦੀ ਡਿਊਟੀ ਨਿਭਾਵੇ। ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ। ਥੈਂਕ ਯੂ। ਦੋਸਤੋ ਇਹ ਸੀਗੇ ਮਨਪ੍ਰੀਤ ਸਿੰਘ ਇਆਲੀ। ਇਹਨਾਂ ਦਾ ਕਹਿਣਾ ਹੈ ਕਿ ਭਾਵੇਂ ਲੱਖ ਗੂੰਜ ਹੋਵੇ ਆਮ ਆਦਮੀ ਪਾਰਟੀ ਦੀ, ਲੇਕਿਨ ਸ਼੍ਰੋਮਣੀ ਅਕਾਲੀ ਦਲ ਇੱਕ ਅਜਿਹੀ ਪਾਰਟੀ ਹੈ ਜੋ ਆਪਣੀ ਹੋਂਦ, ਜੋ ਆਪਣਾ ਅਸਤਿਤਵ ਕਦੇ ਨਹੀਂ ਗਵਾਏਗੀ। ਕੈਮਰੇ ਦੇ ਸਾਥ ਦੇ ਰਹੇ ਸੀਗੇ ਰਮਨੀਤ, ਮੈਂ ਲੰਕੇਸ਼ ਤ੍ਰਿਖਾ, ਰੋਜ਼ਾਨਾ ਸਪੋਕਸਮੈਨ ਦੇ ਲਈ।